ਮੇਰੇ ਪਤੀ ਨੇ ਮੈਨੂੰ ਤਲਾਕ ਦੇ ਦਿੱਤਾ ਕਿਉਂਕਿ ਮੈਂ ਕਦੇ ਮਾਂ ਨਹੀਂ ਬਣ ਸਕਦੀ ਸੀ। ਉਸਨੇ ਬਾਅਦ ਵਿੱਚ ਦੂਜਾ ਵਿਆਹ ਕਰਵਾ ਲਿਆ। 1 ਸਾਲ ਬਾਅਦ ਉਸਦੇ ਘਰ ਬੇਟੇ ਦਾ ਜਨਮ ਹੋਇਆ। ਉਸਨੇ ਮੈਨੂੰ ਬੇਟੇ ਦੇ ਜਨਮ ਦਿਨ 'ਤੇ ਬੁਲਾਇਆ ਤਾਂ ਕਿ ਇਹ ਸਭ ਦੇਖ ਕੇ ਮੈਨੂੰ ਬੁਰਾ ਲੱਗੇ। ਉਸਦਾ ਪਲਾਨ ਮੈਨੂੰ ਚੰਗੀ ਤਰ੍ਹਾਂ ਪਤਾ ਸੀ। ਪਾਰਟੀ ਵਿੱਚ ਜਾਂਦੇ ਸਮੇਂ ਮੇਰੇ ਕੋਲ ਇੱਕ ਲਿਫਾਫਾ ਸੀ, ਉਹ ਮੈਂ ਆਪਣੇ ਨਾਲ ਲੈ ਗਈ। ਜਦੋਂ ਮੈਂ ਪਾਰਟੀ ਵਿੱਚ ਗਈ ਤਾਂ ਮੇਰਾ ਪਤੀ ਮੈਨੂੰ ਕਹਿਣ ਲੱਗਿਆ ਕਿ ਦੇਖ, ਤੈਨੂੰ ਤਲਾਕ ਦੇਣ ਦਾ ਫੈਸਲਾ ਕਿੰਨਾ ਸਹੀ ਸੀ। ਅੱਜ ਮੈਂ ਇੱਕ ਬੱਚੇ ਦਾ ਪਿਓ ਬਣ ਗਿਆ ਹਾਂ। ਉਸ ਦੀ ਗੱਲ ਸੁਣ ਕੇ ਮੈਂ ਹੱਸ ਪਈ ਤੇ ਉਸਨੂੰ ਲਿਫਾਫਾ ਦੇ ਕੇ ਕਿਹਾ, ਇਸ ਨੂੰ ਧਿਆਨ ਨਾਲ ਦੇਖ। ਜਿਵੇਂ ਹੀ ਉਸਨੇ ਲਿਫਾਫਾ ਖੋਲ੍ਹ ਕੇ ਦੇਖਿਆ, ਜਿਵੇਂ ਉਸਦੇ ਹੋਸ਼ ਹੀ ਉੱਡ ਗਏ ਹੋਣ। ਮੇਰਾ ਨਾਮ ਸੁਮਨ ਹੈ। ਅੱਜ ਮੇਰੀ ਨਨਾਣ ਦੇ ਬੇਟੇ ਦਾ ਜਨਮ ਦਿਨ ਸੀ, ਜਿਸ ਕਰਕੇ ਘਰ ਵਿੱਚ ਪੂਜਾ ਰਖਵਾਈ ਗਈ ਸੀ। ਮੈਂ ਪੂਜਾ ਦੇ ਸਮਾਨ ਨੂੰ ਹੱਥ ਲਾ ਦਿੱਤਾ ਸੀ। ਮੇਰੀ ਸੱਸ ਨੇ ਇਹ ਦੇਖ ਲਿਆ ਸੀ। ਉਹ ਜ਼ੋਰ-ਜ਼ੋਰ ਨਾਲ ਚਿਲਾਉਣ ਲੱਗੀ, ਤੂੰ ਇਸ ਸਮਾਨ ਨੂੰ ਹੱਥ ਕਿਵੇਂ ਲਾਇਆ? ਤੈਨੂੰ ਇੰਨੀ ਛੋਟੀ ਜਿਹੀ ਗੱਲ ਸਮਝ ਨਹੀਂ ਆਉਂਦੀ? ਇਹ ਨੇਹਾ ਦੇ ਬੇਟੇ ਦੇ ਜਨਮ ਦਿਨ ਦੀ ਪੂਜਾ ਦਾ ਸਮਾਨ ਹੈ। ਤੇਰੇ ਵਰਗੀ ਬਾਂਝ ਔਰਤ ਦੇ ਹੱਥ ਲਾਇਆ ਅਪਸ਼ਗੁਨ ਹੁੰਦਾ ਹੈ। ਜਾਂ ਕਿਤੇ ਅਜਿਹਾ ਤਾਂ ਨਹੀਂ ਕਿ ਤੈਥੋਂ ਆਪਣੀ ਨਨਾਣ ਦਾ ਸੁੱਖ ਨਹੀਂ ਦੇਖਿਆ ਜਾ ਰਿਹਾ? ਇੰਨਾ ਸੁਣਦੇ ਹੀ ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਮੈਂ ਆਪਣੀਆਂ ਭਾਵਨਾਵਾਂ ਦਬਾਉਂਦੇ ਹੋਏ ਕੁਝ ਕਹਿਣ ਦੀ ਕੋਸ਼ਿਸ਼ ਕੀਤੀ, ਪਰ ਮੰਮੀ ਤੋਂ ਅੱਗੇ ਮੈਂ ਕੁਝ ਬੋਲ ਹੀ ਨਾ ਪਾਈ। ਓਨੇ ਵਿੱਚ ਮੇਰੀ ਨਨਾਣ ਵੀ ਆ ਗਈ, ਜੋ ਮੇਰੀ ਨਨਾਣ ਘੱਟ ਤੇ ਸਹੇਲੀ ਜ਼ਿਆਦਾ ਸੀ। ਮੈਨੂੰ ਤਾਨਾ ਦਿੰਦੇ ਹੋਏ ਬੋਲੀ, ਭਾਬੀ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ। ਸ਼ਾਇਦ ਮੇਰਾ ਮਾਂ ਬਣਨਾ ਤੈਥੋਂ ਦੇਖਿਆ ਨਹੀਂ ਜਾਂਦਾ। ਇੰਨਾ ਅਪਮਾਨ ਸਹਿਣ ਤੋਂ ਬਾਅਦ ਮੈਂ ਉਦਾਸ ਚਿਹਰੇ ਨਾਲ ਆਪਣੇ ਪਤੀ ਵੱਲ ਦੇਖਣ ਲੱਗੀ। ਮੇਰਾ ਪਤੀ ਮੈਨੂੰ ਬਹੁਤ ਪਿਆਰ ਕਰਦਾ ਸੀ। ਸਾਡੀ ਲਵ ਮੈਰਿਜ ਹੋਈ ਸੀ। ਮੈਨੂੰ ਲੱਗਿਆ ਕਿ ਉਹ ਮੇਰੇ ਲਈ ਕੁਝ ਬੋਲਣਗੇ, ਪਰ ਉਹ ਤਾਂ ਉਲਟਾ ਮੈਨੂੰ ਹੀ ਸੁਣਾਉਣ ਲੱਗੇ ਕਿ ਤੂੰ ਤਾਂ ਨੇਹਾ ਨੂੰ ਆਪਣੀ ਭੈਣ ਮੰਨਦੀ ਹੈ, ਫਿਰ ਤੂੰ ਉਸ ਨਾਲ ਅਜਿਹਾ ਕਿਵੇਂ ਕਰ ਸਕਦੀ ਹੈ? ਆਪਣੇ ਪਤੀ ਦੇ ਅਜਿਹੇ ਕੌੜੇ ਬੋਲ ਸੁਣ ਕੇ ਮੈਂ ਅੰਦਰੋਂ ਟੁੱਟ ਗਈ, ਕਿਉਂਕਿ ਕੋਈ ਵੀ ਔਰਤ ਆਪਣੀ ਸੱਸ ਤੇ ਨਨਾਣ ਦੇ ਕੌੜੇ ਬੋਲ ਤਾਂ ਬਰਦਾਸ਼ਤ ਕਰ ਸਕਦੀ ਹੈ, ਪਰ ਜੇ ਉਸਦਾ ਪਤੀ, ਜਿਸ ਨੂੰ ਉਸਨੇ ਆਪਣਾ ਸਭ ਕੁਝ ਮੰਨਿਆ ਹੋਵੇ, ਜੇ ਉਹ ਹੀ ਉਸਨੂੰ ਅਜਿਹਾ ਕੁਝ ਬੋਲ ਦੇਵੇ ਤਾਂ ਫਿਰ ਉਹ ਕੀ ਕਰੇ? ਖੈਰ, ਮੈਂ ਰੋਂਦੇ ਰੋਂਦੇ ਕੰਮ 'ਤੇ ਲੱਗ ਗਈ। ਬਾਂਝ ਹੋਣ ਦੇ ਨਾਤੇ ਪੂਜਾ ਦੇ ਸਮਾਨ ਨੂੰ ਤਾਂ ਹੱਥ ਨਹੀਂ ਲਾ ਸਕਦੀ ਸੀ, ਪਰ ਘਰ ਦੀ ਨੂੰਹ ਹੋਣ ਦੇ ਨਾਤੇ ਘਰ ਦੇ ਸਾਰੇ ਕੰਮਾਂ ਦੀ ਜ਼ਿੰਮੇਵਾਰੀ ਮੇਰੇ 'ਤੇ ਸੀ। ਮੈਂ ਸੋਚ ਰਹੀ ਸੀ ਕਿ ਜੇ ਮੈਂ ਮਾਂ ਨਹੀਂ ਬਣ ਸਕੀ ਤਾਂ ਇਸ ਵਿੱਚ ਮੇਰੀ ਕੀ ਗਲਤੀ? ਮਾਂ ਬਣਨਾ ਜਾਂ ਨਾ ਬਣਨਾ ਇੱਕ ਔਰਤ ਦੇ ਹੱਥ ਵਿੱਚ ਨਹੀਂ ਹੁੰਦਾ। ਮੇਰੀ ਸੱਸ ਇੱਕ ਸਕੂਲ ਟੀਚਰ ਸੀ। ਮੇਰੀ ਨਨਾਣ ਵੀ ਚੰਗੀ ਪੜ੍ਹੀ ਲਿਖੀ ਸੀ। ਮੇਰੇ ਪਤੀ ਨੇ ਵੀ ਇੰਜੀਨੀਅਰਿੰਗ ਕੀਤੀ ਹੋਈ ਸੀ। ਮੈਨੂੰ ਹੈਰਾਨੀ ਸੀ ਕਿ ਇੰਨੇ ਪੜ੍ਹੇ ਲਿਖੇ ਲੋਕਾਂ ਦੇ ਵਿਚਾਰ ਇੰਨੇ ਪਰੰਪਰਾਵਾਦੀ ਸਨ ਕਿ ਸਿਰਫ ਪੂਜਾ ਦੇ ਸਮਾਨ ਨੂੰ ਹੱਥ ਲਾਉਣ ਨੂੰ ਅਪਸ਼ਗੁਨ ਮੰਨਦੇ ਸਨ। ਮੈਨੂੰ ਅੱਜ ਵੀ ਯਾਦ ਹੈ ਕਿ ਕਿਸ ਤਰ੍ਹਾਂ ਮੈਂ ਤੇ ਪ੍ਰਵੀਨ ਪਹਿਲੀ ਵਾਰੀ ਆਫਿਸ ਵਿੱਚ ਮਿਲੇ ਸੀ। ਮੈਨੂੰ ਆਫਿਸ 'ਚ ਕੁਝ ਦਿਨ ਹੀ ਹੋਏ ਸਨ। ਇੱਕ ਹੀ ਆਫਿਸ ਵਿੱਚ ਇਕੱਠੇ ਕੰਮ ਕਰਦੇ ਹੋਏ ਕਦੇ ਅਸੀਂ ਇੱਕ ਦੂਜੇ ਨੂੰ ਪਸੰਦ ਕਰਨ ਲੱਗੇ, ਪਤਾ ਹੀ ਨਾ ਚੱਲਿਆ। ਜਦੋਂ ਘਰਦਿਆਂ ਕੋਲ ਵਿਆਹ ਦੀ ਗੱਲ ਕੀਤੀ ਤਾਂ ਉਹ ਵੀ ਰਾਜ਼ੀ ਹੋ ਗਏ ਤੇ ਸਾਡਾ ਵਿਆਹ ਹੋ ਗਿਆ। ਮੇਰੇ ਸੱਸ ਸਹੁਰੇ ਤੇ ਨਨਾਣ ਦਾ ਸੁਭਾਅ ਬਹੁਤ ਚੰਗਾ ਸੀ। ਇੰਨਾ ਚੰਗਾ ਪਤੀ ਮਿਲਿਆ ਸੀ ਕਿ ਮੈਂ ਆਪਣੇ ਆਪ ਨੂੰ ਕਿਸਮਤ ਵਾਲੀ ਸਮਝ ਰਹੀ ਸੀ। ਪ੍ਰਵੀਨ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਵਿਆਹ ਦੇ 2-3 ਸਾਲ ਤੱਕ ਬੱਚਾ ਨਹੀਂ ਲੈਣਾ। ਇਸ ਲਈ ਘਰ ਦੇ ਵੀ 2-3 ਸਾਲ ਚੁੱਪ ਰਹੇ, ਪਰ ਜਦੋਂ 5 ਸਾਲ ਤੱਕ ਵੀ ਬੱਚਾ ਨਾ ਹੋਇਆ ਤਾਂ ਘਰ ਦੇ ਲੋਕ ਤਾਨੇ ਮਾਰਨ ਲੱਗੇ। ਮੇਰੀ ਪਿੱਠ ਪਿੱਛੇ ਮੈਨੂੰ ਬਾਂਝ ਕਹਿਣ ਲੱਗੇ ਸਨ। ਮੈਨੂੰ ਬੱਚਾ ਨਹੀਂ ਹੋ ਰਿਹਾ ਸੀ, ਇਸ ਲਈ ਪ੍ਰਵੀਨ ਵੀ ਮੇਰੇ ਨਾਲ ਠੀਕ ਤਰ੍ਹਾਂ ਗੱਲ ਨਹੀਂ ਕਰਦਾ ਸੀ। ਉਹ ਸਿਰਫ ਕੰਮ ਵੇਲੇ ਹੀ ਮੇਰੇ ਨਾਲ ਗੱਲ ਕਰਦਾ। ਅਜਿਹਾ ਲੱਗਦਾ ਹੀ ਨਹੀਂ ਸੀ ਕਿ ਅਸੀਂ ਪਤੀ ਪਤਨੀ ਹਾਂ, ਪਰ ਮੈਂ ਆਪਣਾ ਦੁੱਖ ਦੱਸਦੀ ਵੀ ਤਾਂ ਕਿਸ ਨੂੰ। ਸਮਾਂ ਬੀਤਦਾ ਗਿਆ। ਸਾਡੀ ਵਿਆਹ ਦੀ ਸਾਲਗਿਰਾ ਸੀ। ਮੈਂ ਸੋਚਿਆ ਕਿ ਅੱਜ ਦੇ ਦਿਨ ਤਾਂ ਪ੍ਰਵੀਨ ਮੇਰੇ ਨਾਲ ਜ਼ਰੂਰ ਗੱਲ ਕਰੇਗਾ। ਮੈਂ ਉਸਦੀ ਪਸੰਦ ਦਾ ਨਾਸ਼ਤਾ ਬਣਾਇਆ, ਪਰ ਇੱਕ ਸ਼ਬਦ ਨਾ ਕਹਿੰਦੇ ਹੋਏ ਉਹ ਕੰਮ 'ਤੇ ਚਲਿਆ ਗਿਆ। ਮੈਂ ਆਫਿਸ ਵਿੱਚ ਫੋਨ ਕੀਤਾ ਕਿ ਮੇਰੀ ਤਬੀਅਤ ਠੀਕ ਨਹੀਂ ਹੈ, ਇਸ ਲਈ ਮੈਂ ਨਹੀਂ ਆ ਸਕਦੀ। ਮੈਂ ਆਫਿਸ ਤੋਂ ਛੁੱਟੀ ਲੈ ਲਈ ਤਾਂ ਕਿ ਪ੍ਰਵੀਨ ਨੂੰ ਵਧੀਆ ਜਿਹਾ ਸਰਪ੍ਰਾਈਜ਼ ਦੇ ਸਕਾਂ, ਪਰ ਪ੍ਰਵੀਨ ਨੇ ਤਾਂ ਮੈਨੂੰ ਮੇਰੀ ਤਬੀਅਤ ਬਾਰੇ ਇੱਕ ਵਾਰ ਵੀ ਨਾ ਪੁੱਛਿਆ। ਮੈਂ ਰਾਤ ਦੇ ਖਾਣੇ ਵਿੱਚ ਸਭ ਪ੍ਰਦੀਪ ਦੀ ਪਸੰਦ ਦਾ ਬਣਾਇਆ, ਆਪਣੇ ਕਮਰੇ ਨੂੰ ਵੀ ਚੰਗੀ ਤਰ੍ਹਾਂ ਸਜਾਇਆ। ਪ੍ਰਵੀਨ ਵੀ ਪਸੰਦ ਦੇ ਕੱਪੜੇ ਵੀ ਪਹਿਨੇ। ਮੈਨੂੰ ਪੂਰਾ ਯਕੀਨ ਸੀ ਕਿ ਅੱਜ ਤਾਂ ਉਹ ਆਪਣੀ ਚੁੱਪ ਤੋੜੇਗਾ। ਮੈਂ ਉਸਨੂੰ ਬੱਚਾ ਗੋਦ ਲੈਣ ਲਈ ਮਨਾ ਲਵਾਂਗੀ, ਪਰ ਜਦੋਂ ਉਹ ਘਰ ਆਇਆ ਤਾਂ ਉਸਨੇ ਮੇਰੇ ਵੱਲ ਦੇਖਿਆ ਵੀ ਨਹੀਂ। ਸਭ ਕੁਝ ਉਲਟਾ ਹੀ ਹੋਇਆ। ਥੋੜ੍ਹੀ ਦੇਰ ਬਾਅਦ ਮੈਥੋਂ ਹੀ ਰਿਹਾ ਨਾ ਗਿਆ। ਮੈਂ ਹੀ ਕਹਿ ਬੈਠੀ ਕਿ ਤੁਸੀਂ ਭੁੱਲ ਗਏ ਕਿ ਅੱਜ ਆਪਣੀ ਸਾਲਗਿਰਾ ਹੈ। ਇਹ ਸੁਣਦੇ ਹੀ ਪ੍ਰਵੀਨ ਬੋਲਿਆ ਕਿ ਇਹ ਦਿਨ ਮੈਂ ਕਿਵੇਂ ਭੁੱਲ ਸਕਦਾ ਹਾਂ? ਅੱਜ ਹੀ ਦੇ ਦਿਨ ਤੇਰੇ ਵਰਗੀ ਬਾਂਝ ਔਰਤ ਮੇਰੇ ਪੱਲੇ ਪਈ ਸੀ। ਉਸਦੀ ਅਜਿਹੀ ਗੱਲ ਸੁਣ ਕੇ ਮੇਰੀਆਂ ਅੱਖਾਂ ਅੱਗੇ ਹਨੇਰਾ ਛਾ ਗਿਆ। ਮੈਂ ਆਪਣੇ ਹੰਝੂ ਰੋਕਦੇ ਹੋਏ ਕਿਹਾ, ਕਿਉਂ ਨਾ ਆਪਾਂ ਬੱਚਾ ਗੋਦ ਲੈ ਲਈਏ? ਮੈਂ ਤੈਨੂੰ ਕਿੰਨੀ ਵਾਰ ਕਿਹਾ ਹੈ ਕਿ ਕਿਸੇ ਦੂਜੇ ਦਾ ਬੱਚਾ, ਕਿਸੇ ਦੂਜੇ ਦਾ ਖੂਨ ਮੈਂ ਗੋਦ ਨਹੀਂ ਲੈ ਸਕਦਾ। ਮੈਨੂੰ ਮੇਰਾ ਖੁਦ ਦਾ ਬੱਚਾ ਚਾਹੀਦਾ ਹੈ, ਜੋ ਤੂੰ ਮੈਨੂੰ ਨਹੀਂ ਦੇ ਸਕਦੀ।
ਅੱਜ ਵਿਆਹ ਦੀ ਸਾਲਗਿਰਾ ਤੇ ਮੈਂ ਤੇਰੇ ਲਈ ਗਿਫਟ ਲੈ ਕੇ ਆਇਆ ਹਾਂ। ਮੈਂ ਸੋਚਣ ਲੱਗੀ ਕਿ ਪ੍ਰਵੀਨ ਮੇਰੇ ਲਈ ਕੀ ਗਿਫਟ ਲਿਆ ਸਕਦਾ ਹੈ। ਉਹ ਤਾਂ ਢੰਗ ਨਾਲ ਮੇਰੇ ਨਾਲ ਗੱਲ ਵੀ ਨਹੀਂ ਕਰਦਾ। ਉਸਨੇ ਮੈਨੂੰ ਇੱਕ ਲਿਫਾਫਾ ਦਿੱਤਾ ਜਿਸ ਨੂੰ ਮੈਂ ਬਹੁਤ ਉਤਸੁਕਤਾ ਨਾਲ ਖੋਲ੍ਹਣ ਲੱਗੀ। ਜਦੋਂ ਖੋਲ੍ਹ ਕੇ ਦੇਖਿਆ ਤਾਂ ਤਲਾਕ ਦੇ ਕਾਗਜ਼ ਸਨ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਜੋ ਇਨਸਾਨ ਮੈਨੂੰ ਇੰਨਾ ਪਿਆਰ ਕਰਦਾ ਸੀ, ਮੇਰਾ ਹਰ ਸਮੇਂ ਸਾਥ ਦਿੰਦਾ ਸੀ, ਉਹ ਅੱਜ ਮੈਨੂੰ ਬੱਚੇ ਖਾਤਰ ਤਲਾਕ ਦੇ ਰਿਹਾ ਸੀ। ਅਜਿਹਾ ਲੱਗਿਆ ਜਿਵੇਂ ਮੇਰੇ 'ਤੇ ਆਸਮਾਨ ਡਿੱਗ ਪਿਆ ਹੋਵੇ। ਦਿਲ ਕਰਦਾ ਸੀ ਕਿ ਉੱਚੀ ਉੱਚੀ ਰੋਣ ਲੱਗ ਜਾਵਾਂ, ਪਰ ਫਿਰ ਵੀ ਮੈਂ ਆਪਣੇ ਆਪ ਨੂੰ ਸੰਭਾਲਦੇ ਹੋਏ ਤੁਰੰਤ ਹੀ ਕਾਗਜ਼ਾਂ 'ਤੇ ਸਾਈਨ ਕਰ ਦਿੱਤੇ, ਕਿਉਂਕਿ ਜਦੋਂ ਉਸਦੇ ਮਨ ਵਿੱਚ ਮੇਰੇ ਲਈ ਪਿਆਰ ਹੀ ਨਹੀਂ ਬਚਿਆ ਸੀ ਤਾਂ ਅਜਿਹੇ ਇਨਸਾਨ ਨਾਲ ਰਹਿਣ ਦਾ ਕੀ ਫਾਇਦਾ। ਦੂਜੇ ਦਿਨ ਮੈਂ ਉਹ ਘਰ ਛੱਡ ਦਿੱਤਾ ਕਿਉਂਕਿ ਪ੍ਰਵੀਨ ਇਹੀ ਚਾਹੁੰਦਾ ਸੀ। ਮੈਂ ਉਹ ਨੌਕਰੀ ਛੱਡ ਕੇ ਕਿਤੇ ਹੋਰ ਕੰਮ ਕਰਨ ਲੱਗੀ, ਕਿਉਂਕਿ ਉਸ ਨਾਲ ਕੰਮ ਕਰਨ ਦਾ ਮਤਲਬ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਸੀ। ਕੁਝ ਸਮੇਂ ਬਾਅਦ ਉਸਦਾ ਵਿਆਹ ਹੋ ਗਿਆ ਤੇ 1 ਸਾਲ ਬਾਅਦ ਪਤਾ ਚੱਲਿਆ ਕਿ ਉਸਦੇ ਘਰ ਬੇਟੇ ਨੇ ਜਨਮ ਲਿਆ ਹੈ। ਉਸਨੇ ਪਾਰਟੀ ਰੱਖੀ ਤੇ ਮੈਨੂੰ ਵੀ ਬੁਲਾਇਆ ਤਾਂ ਕਿ ਮੇਰਾ ਅਪਮਾਨ ਕਰ ਸਕੇ। ਮੈਂ ਪਾਰਟੀ ਵਿੱਚ ਗਈ ਤਾਂ ਮੈਨੂੰ ਦੇਖਦੇ ਹੀ ਮੇਰੇ ਕੋਲ ਆ ਕੇ ਕਹਿਣ ਲੱਗਾ ਕਿ ਤੈਨੂੰ ਤਲਾਕ ਦੇਣ ਦਾ ਫੈਸਲਾ ਕਿੰਨਾ ਸਹੀ ਸੀ। ਮੈਂ ਬਾਪ ਬਣ ਗਿਆ ਹਾਂ। ਮੈਂ ਬਹੁਤ ਨਿਮਰਤਾ ਨਾਲ ਉਸਨੂੰ ਵਧਾਈ ਦਿੱਤੀ। ਬਾਅਦ ਵਿੱਚ ਮੈਂ ਉਸਨੂੰ ਉਹ ਲਿਫਾਫਾ ਦੇ ਦਿੱਤਾ ਤੇ ਕਿਹਾ ਕਿ ਸਰਪ੍ਰਾਈਜ਼ ਗਿਫਟ। ਉਹ ਥੋੜ੍ਹਾ ਹੈਰਾਨ ਹੋ ਗਿਆ। ਉਸਨੇ ਉਹ ਲਿਫਾਫਾ ਖੋਲ੍ਹਿਆ ਤਾਂ ਉਸਦੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ। ਇੰਨੀ ਠੰਡ ਵਿੱਚ ਵੀ ਉਹ ਪਸੀਨੇ ਨਾਲ ਭਿੱਜ ਗਿਆ, ਕਿਉਂਕਿ ਉਸ ਲਿਫਾਫੇ ਅੰਦਰ ਉਸਦੀ ਮੈਡੀਕਲ ਰਿਪੋਰਟ ਸੀ। ਉਸ ਵਿੱਚ ਸਾਫ਼-ਸਾਫ਼ ਲਿਖਿਆ ਸੀ ਕਿ ਉਹ ਕਦੇ ਬਾਪ ਨਹੀਂ ਬਣ ਸਕਦਾ। ਉਹ ਆਪਣੀ ਪਤਨੀ ਵੱਲ ਦੇਖਣ ਲੱਗਿਆ। ਉਸਦੀ ਝੁਕੀ ਹੋਈ ਨਜ਼ਰ ਨੇ ਸਭ ਕੁਝ ਸ਼ੀਸ਼ੇ ਦੀ ਤਰ੍ਹਾਂ ਸਾਫ਼ ਕਰ ਦਿੱਤਾ ਸੀ। ਮੈਂ ਉਸਨੂੰ ਕਿਹਾ ਕਿ ਹੁਣ ਕੀ ਤੂੰ ਕਿਸੇ ਦੂਜੇ ਦੇ ਬੱਚੇ ਨੂੰ ਅਪਣਾਵੇਂਗਾ। ਫਿਰ ਮੈਂ ਉੱਥੋਂ ਚਲੀ ਗਈ। ਦੂਜੇ ਦਿਨ ਉਹ ਆਪਣੀ ਮਾਂ ਨਾਲ ਮੇਰੇ ਘਰ ਆਇਆ। ਉਹ ਮੈਨੂੰ ਉਸ ਰਿਪੋਰਟ ਬਾਰੇ ਪੁੱਛਣ ਲੱਗਾ ਤਾਂ ਮੈਂ ਦੱਸਿਆ ਕਿ ਤੈਨੂੰ ਯਾਦ ਹੈ ਜਦੋਂ ਆਪਾਂ ਟੈਸਟ ਕਰਵਾਏ ਸੀ ਤਾਂ ਮੈਂ ਇਕੱਲੀ ਹੀ ਰਿਪੋਰਟ ਲੈਣ ਗਈ ਸੀ। ਤਾਂ ਪ੍ਰਵੀਨ ਕਹਿਣ ਲੱਗਿਆ ਕਿ ਹਾਂ ਯਾਦ ਹੈ, ਤੂੰ ਘਰ ਆ ਕੇ ਕਿਹਾ ਸੀ ਕਿ ਕਮੀ ਤੇਰੇ ਆਪਣੇ ਵਿੱਚ ਹੈ। ਫਿਰ ਤੂੰ ਝੂਠ ਕਿਉਂ ਬੋਲਿਆ? ਕਿਉਂ ਤੂੰ ਇੰਨੇ ਦਿਨਾਂ ਤੱਕ ਸਭ ਦੇ ਤਾਨੇ ਸੁਣੇ? ਕੀ ਜ਼ਰੂਰਤ ਸੀ ਝੂਠ ਬੋਲਣ ਦੀ? ਮੈਂ ਕਿਹਾ ਕਿਉਂਕਿ ਮੈਂ ਤੈਨੂੰ ਪਿਆਰ ਕਰਦੀ ਸੀ। ਮੈਨੂੰ ਲੱਗਿਆ ਕਿ ਤੈਨੂੰ ਸੱਚ ਪਤਾ ਚੱਲੇਗਾ ਤਾਂ ਤੂੰ ਇਸ ਗੱਲ ਨੂੰ ਸਹਿਣ ਨਹੀਂ ਕਰ ਪਾਵੇਂਗਾ, ਅੰਦਰੋਂ ਟੁੱਟ ਜਾਵੇਂਗਾ। ਮੈਂ ਤੈਨੂੰ ਅਜਿਹੀ ਹਾਲਤ ਵਿੱਚ ਨਹੀਂ ਦੇਖ ਸਕਦੀ ਸੀ। ਮੇਰਾ ਕੀ ਸੀ, ਮੇਰੀ ਤਾਂ ਆਦਤ ਸੀ ਤਾਨੇ ਸੁਣਨ ਦੀ। ਪ੍ਰਵੀਨ ਕਹਿਣ ਲੱਗਿਆ ਕਿ ਜਦੋਂ ਮੈਂ ਤਲਾਕ ਦੇ ਪੇਪਰ ਦਿੱਤੇ ਸੀ ਤੂੰ ਉਦੋਂ ਵੀ ਕੁਝ ਨਹੀਂ ਕਿਹਾ। ਮੈਂ ਕਿਹਾ ਗਲਤੀ ਮੇਰੀ ਸੀ ਜੋ ਮੈਂ ਤੈਨੂੰ ਇੰਨਾ ਪਿਆਰ ਕੀਤਾ, ਤੇਰੇ 'ਤੇ ਇੰਨਾ ਵਿਸ਼ਵਾਸ ਕੀਤਾ। ਜਦੋਂ ਤੇਰਾ ਪਿਆਰ ਹੀ ਖਤਮ ਹੋ ਗਿਆ ਸੀ ਤਾਂ ਮੈਂ ਤੇਰੇ ਨਾਲ ਰਹਿ ਕੇ ਵੀ ਕੀ ਕਰਦੀ। ਮੇਰੀ ਸੱਸ ਵੀ ਕਹਿਣ ਲੱਗੀ ਕਿ ਸਾਡੇ ਤੋਂ ਗਲਤੀ ਹੋ ਗਈ ਹੈ, ਹੋ ਸਕੇ ਤਾਂ ਸਾਨੂੰ ਮਾफ़ ਕਰ ਦੇਵੀਂ, ਸਭ ਕੁਝ ਭੁਲਾ ਕੇ ਸਾਡੇ ਨਾਲ ਘਰ ਚੱਲ। ਉਦੋਂ ਮੈਂ ਉਹਨਾਂ ਨੂੰ ਕਿਹਾ ਕਿ ਗੱਲ ਮਾफ़ ਕਰਨ ਜਾਂ ਨਾ ਕਰਨ ਦੀ ਨਹੀਂ ਹੈ, ਗੱਲ ਮੇਰੇ ਆਤਮ ਸਨਮਾਨ ਦੀ ਹੈ। ਹੁਣ ਮੈਂ ਉਸ ਘਰ ਵਿੱਚ ਪੈਰ ਵੀ ਨਹੀਂ ਰੱਖਾਂਗੀ। ਵੈਸੇ ਵੀ ਅਗਲੇ ਮਹੀਨੇ ਮੇਰਾ ਵਿਆਹ ਹੈ। ਪ੍ਰਵੀਨ, ਮੈਂ ਇਹ ਦੇਖਣਾ ਚਾਹੁੰਦੀ ਹਾਂ ਕਿ ਤੂੰ ਉਸ ਬੱਚੇ ਨੂੰ ਗੋਦ ਲਵੇਂਗਾ, ਕਿਉਂਕਿ ਜਦੋਂ ਮੈਂ ਬੱਚੇ ਨੂੰ ਗੋਦ ਲੈਣ ਨੂੰ ਕਿਹਾ ਸੀ ਉਦੋਂ ਤੂੰ ਕਿਹਾ ਸੀ ਕਿ ਤੂੰ ਕਿਸੇ ਹੋਰ ਦੇ ਖੂਨ ਨੂੰ ਨਹੀਂ ਅਪਣਾਵੇਂਗਾ। ਹੁਣ ਇਹ ਬੱਚਾ ਵੀ ਕਿਸੇ ਹੋਰ ਦਾ ਖੂਨ ਹੀ ਹੈ। ਇਸ ਤੋਂ ਇੱਕ ਗੱਲ ਪਤਾ ਚੱਲਦੀ ਹੈ ਕਿ ਮਰਦ ਹਮੇਸ਼ਾ ਆਪਣੇ ਆਪ ਨੂੰ ਵੱਡਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਤੇ ਭੋਲੀ ਭਾਲੀ ਔਰਤ ਨੂੰ ਹਮੇਸ਼ਾ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਕਮੀ ਤਾਂ ਇੱਕ ਮਰਦ ਵਿੱਚ ਵੀ ਹੋ ਸਕਦੀ ਹੈ। ਜੋ ਮਰਦ ਹੰਕਾਰ ਵਿੱਚ ਇੱਕ ਔਰਤ 'ਤੇ ਅਤਿਆਚਾਰ ਕਰਦਾ ਹੈ, ਸ਼ਾਇਦ ਉਹ ਭੁੱਲ ਜਾਂਦਾ ਹੈ ਕਿ ਰੱਬ ਸਭ ਕੁਝ ਦੇਖ ਰਿਹਾ ਹੁੰਦਾ ਹੈ। ਸਾਨੂੰ ਕਿਸੇ ਨਾਲ ਅਨਿਆਂ ਨਹੀਂ ਕਰਨਾ ਚਾਹੀਦਾ। ਜੇ ਤੁਹਾਡੇ ਨਾਲ ਅਨਿਆਂ ਹੋ ਰਿਹਾ ਹੋਵੇ ਤਾਂ ਸਹਿਣਾ ਵੀ ਨਹੀਂ ਚਾਹੀਦਾ। ਜਦੋਂ ਇੱਕ ਔਰਤ ਤੇ ਮਰਦ ਰਿਸ਼ਤੇ ਵਿੱਚ ਜੁੜਦੇ ਹਨ ਤਾਂ ਇਕੱਲੀ ਔਰਤ ਦੀ ਜ਼ਿੰਮੇਵਾਰੀ ਨਹੀਂ ਹੁੰਦੀ ਉਸ ਰਿਸ਼ਤੇ ਨੂੰ ਸੰਭਾਲਣ ਦੀ, ਤੇ ਹਰ ਥਾਂ ਮਰਦ ਦਾ ਸਾਥ ਦੇਣ ਦੀ। ਮਰਦ ਦਾ ਵੀ ਫਰਜ਼ ਬਣਦਾ ਹੈ ਕਿ ਉਹ ਵੀ ਆਪਣੀ ਪਤਨੀ ਦਾ ਹਰ ਥਾਂ ਸਾਥ ਨਿਭਾਵੇ ਤੇ ਉਸਦੀ ਹਰ ਦੁੱਖ ਤਕਲੀਫ ਨੂੰ ਸਮਝੇ। ਤਾਂ ਦੋਸਤੋ, ਇਹ ਸੀ ਅੱਜ ਦੀ ਕਹਾਣੀ। ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ।